ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਆਪਾਂ ਕਰੰਟ ਅਫੇਅਰ ਦਾ ਟੌਪਿਕ ਕਰਨਾ। ਇਹਦੇ ਵਿੱਚ ਵੀ ਨਾਲੇ ਤਾਂ ਦੇਖੋ ਕਰੰਟ ਦਾ ਟੌਪਿਕ ਹੋ ਜਾਊਗਾ ਔਰ ਨਾਲ ਦੀ ਨਾਲ ਆਪਣਾ ਇੰਡੀਅਨ ਇਕੋਨਮੀ ਦਾ ਪੋਰਸ਼ਨ ਆ ਜਿਹੜਾ, ਇਹਦੇ ਵਿੱਚੋਂ ਆਪਾਂ ਬੇਸਿਕਲੀ ਕਿਹਨੂੰ ਟਾਰਗੇਟ ਕਰ ਰਹੇ ਹਾਂ, ਇਨਫਲੇਸ਼ਨ ਨੂੰ। ਇਨਫਲੇਸ਼ਨ ਦੇ ਨਾਲ ਅੱਜ ਆਪਾਂ WPI ਯਾਨੀ ਕਿ ਹੋਲਸੇਲ ਪ੍ਰਾਈਸ ਇੰਡੈਕਸ ਦੇ ਬਾਰੇ ਜਿੰਨੇ ਫੈਕਟ ਹੋਣਗੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਤੁਹਾਡੇ ਨਾਲ ਡਿਸਕਸ ਕਰਨਾ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਜਿਹੜੇ ਚੈਨਲ 'ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਦੇਖੋ ਇਹ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆ ਦੇਖੋ UPSC 2020 ਦਾ ਆਇਆ ਹੋਇਆ ਕੁਐਸਚਨ ਹੈ, MCQ ਆ, ਠੀਕ ਆ, ਮਤਲਬ ਕਿ ਪ੍ਰੀਲਿਮਸ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਆ UPSC ਦੁਆਰਾ। ਤਾਂ ਇਹਦਾ ਤੁਸੀਂ ਜਵਾਬ ਆ ਜਿਹੜਾ ਉਹ ਦੇਣਾ ਔਰ ਇਹਦਾ ਜਵਾਬ ਮੈਂ ਤੁਹਾਨੂੰ ਨੈਕਸਟ ਵੀਡੀਓ ਜਾਂ ਫਿਰ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਇਹਦਾ ਆਨਸਰ ਤੁਹਾਨੂੰ ਮਿਲੂਗਾ। ਤਾਂ ਉਹਦੇ 'ਤੇ ਵੀ ਤੁਸੀਂ ਜੁਆਇਨ ਕਰ ਲਿਓ, ਉਹਦਾ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲੂਗਾ। ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਲਿਓ। ਇਹਦਾ ਆਨਸਰ ਆ ਜਿਹੜਾ ਉਹ ਤੁਸੀਂ ਦੇਣਾ, ਕਿਉਂਕਿ ਤੁਹਾਨੂੰ ਸਟੇਟਮੈਂਟ ਵਾਲੇ ਕੁਐਸਚਨ ਬਣਨੇ ਆ, ਤਾਂ ਕਰਕੇ ਆਪਾਂ UPSC ਲੈਵਲ ਦਾ ਕੁਐਸਚਨ ਚੱਕਿਆ ਅਤੇ ਤੁਹਾਨੂੰ ਦਿਖਾਇਆ ਗਿਆ। ਇਹਦਾ ਆਨਸਰ ਕਰਨ ਦੀ ਟਰਾਈ ਕਰਨਾ ਤੁਸੀਂ। ਤਾਂ ਹੁਣ ਨਿਊਜ਼ ਦੇ ਵਿੱਚ ਕੀ ਆਇਆ, ਗਰੋਇੰਗ ਕੰਸਰਨ ਐਜ਼ ਹੋਲਸੇਲ ਇਨਫਲੇਸ਼ਨ ਅਪ ਟੂ 14.55% ਪ੍ਰੈਸ਼ਰ ਔਨ ਰਿਟੇਲ ਪ੍ਰਾਈਸਿਸ। ਹੁਣ ਆਪਾਂ ਆਪਣੀ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਦੇਖੋ ਸਾਰੇ ਨਿਊਜ਼ਪੇਪਰ ਜਿੰਨੇ ਵੀ ਇੰਪੋਰਟੈਂਟ ਹੈਗੇ ਨੇ ਸਭ ਦੇ ਵਿੱਚ ਇੱਕ ਆਰਟੀਕਲ ਆਏ ਨੇ ਹੁਣ, ਕਿਹਨੂੰ ਲੈ ਕੇ, ਹੋਲਸੇਲ ਪ੍ਰਾਈਸ ਇੰਡੈਕਸ ਨੂੰ ਲੈ ਕੇ ਔਰ ਇਨਫਲੇਸ਼ਨ ਨੂੰ ਲੈ ਕੇ। ਤਾਂ ਹੁਣ ਇਹਦੇ 'ਚ ਕੀ ਹੋਇਆ, ਇਨਫਲੇਸ਼ਨ ਹੁੰਦੀ ਹੈ ਮਹਿੰਗਾਈ। ਤਾਂ ਇਹਦੇ 'ਚ ਆਇਆ ਵੀ ਮਤਲਬ ਕਿ ਚਿੰਤਾ ਦਾ ਵਿਸ਼ਾ ਬਣ ਗਿਆ ਹੋਲਸੇਲ ਇਨਫਲੇਸ਼ਨ ਆ, ਮਤਲਬ ਕਿ 14 ਪੁਆਇੰਟ। ਜੇ ਦੇਖੋ ਇੱਕ ਗੱਲ ਧਿਆਨ 'ਚ ਰੱਖਣੀ ਹੈ, ਜਦੋਂ ਪੁਆਇੰਟ ਤੋਂ ਬਾਅਦ ਜਿਹੜੇ ਵੀ ਡਿਜਿਟ ਆਉਂਦੇ ਆ, ਜਿਵੇਂ ਕਿ ਆ 5 ਆ, ਇਹਨੂੰ 55 ਬੋਲਦੇ ਆ, ਬਹੁਤ 55 ਬੋਲਦੇ ਆ, ਬਟ ਇਹਨੂੰ ਸਿੰਗਲ ਬੋਲੀਦਾ, ਜਿਵੇਂ ਕਿ 5 ਜੇ ਇਹਦੀ ਜਗ੍ਹਾ 'ਤੇ ਹੁੰਦਾ 52 ਦੈਨ ਆਪਾਂ 52 ਨਹੀਂ ਕਹਿਣਾ, ਇਹਨੂੰ ਆਪਾਂ ਬੋਲਣਾ 52। ਓਕੇ, ਤਾਂ ਹੁਣ ਇਹਦੇ 'ਚ ਕਿੰਨਾ, ਮਤਲਬ ਕਿ ਕਾਫੀ ਇਹ ਹੁਣ ਤੱਕ ਦਾ ਹਾਈ ਰਿਹਾ ਗਾ ਆਹ ਵਾਰੀ। ਤਾਂ ਇਹਦੇ ਬਾਰੇ ਹੁਣ ਆਪਾਂ ਦੇਖਣਾ। ਇਹ ਤਾਂ ਅਸੀਂ ਕਰੰਟ ਦੀ ਗੱਲ ਵੀ ਕਿੰਨੀ ਰਹੀ ਆ, ਇਫੈਕਟ ਹੈ ਤਾਂ ਤੁਸੀਂ ਯਾਦ ਹੀ ਕਰਨਾ। ਹੁਣ ਆਪਾਂ ਇਹਨਾਂ ਦੇ ਹੋਰ ਡਿਟੇਲ ਆ ਜਿਹੜੀ ਉਹਨੂੰ ਦੇਖਦੇ ਹਾਂ। ਦੇਖੋ ਇਹਦੇ 'ਚ ਮਸਲਾ ਕੀ ਆਇਆ, ਵਿਦ ਪ੍ਰਾਈਸ ਆਫ ਦਾ ਕਰੂਡ ਆਇਲ ਐਂਡ ਅਦਰ ਕਮੋਡਿਟੀ। ਕਿਉਂਕਿ ਤੁਹਾਨੂੰ ਪਤਾ ਵੀ ਗਲੋਬਲ ਸਪਲਾਈ ਚੇਨ ਆ ਜਿਹੜੀ, ਉੱਧਰ ਰਸ਼ੀਆ ਅਤੇ ਯੂਕਰੇਨ ਦੀ ਵਾਰ ਕਰਕੇ ਸਾਰਾ ਸਿਸਟਮ ਹੱਲਿਆ ਹੋਇਆ। ਤਾਂ ਉਹਦੇ ਕਰਕੇ ਵੀ ਇਹਦੇ 'ਚ ਜਿੰਨਾ ਮਤਲਬ ਕਿ ਸਰਜ ਹੋ ਗਿਆ, ਓਕੇ, ਮਾਰਚ 2022 ਦਾ। ਹੁਣ ਕਹੋਗੇ ਵੀ ਅਪ੍ਰੈਲ 'ਚ ਆਇਆ, ਤਾਂ ਆਉਂਦਾ ਪਿਛਲੇ ਦਾ ਹੀ ਹੁੰਦਾ ਬੱਚੇ। ਇਹ ਫਰਵਰੀ ਦੇ ਵਿੱਚ 13.11% ਸੀਗਾ, ਬਟ ਹੁਣ ਵੱਧ ਕੇ 14.55% 'ਤੇ ਇਹ ਹੋ ਗਿਆ। ਲਗਾਤਾਰ ਇਹ 12ਵਾਂ ਮੰਥ ਆ ਇਹਨਾਂ ਰੋ ਹੋਲਸੇਲ ਇਨਫਲੇਸ਼ਨ, ਜਦੋਂ ਕਿ 10% ਤੋਂ ਉੱਪਰ ਚੱਲ ਰਿਹਾ, ਯਾਨੀ ਕਿ ਡਬਲ ਡਿਜਿਟ ਦੇ ਵਿੱਚ ਚੱਲਦੇ ਨੂੰ ਲਗਾਤਾਰ 12 ਮਹੀਨੇ ਹੋ ਗਏ ਨੇ, 10% ਤੋਂ ਉੱਪਰ ਚੱਲਦਾ। ਫਿਊਲ ਐਂਡ ਪਾਵਰ ਇਨਫਲੇਸ਼ਨ ਸਰਜ ਟੂ 3 ਮੰਥਸ ਹਾਈ। ਤਾਂ ਆਹ 3 ਮਹੀਨਿਆਂ ਦੇ ਵਿੱਚ ਹਾਈ ਚੱਲ ਰਿਹਾ, 34.5 ਮਾਰਚ ਦੇ ਵਿੱਚ ਆ, ਅਤੇ ਇਦੋਂ ਪਹਿਲਾਂ ਫਰਵਰੀ ਦੇ ਵਿੱਚ 31.5% ਸੀ। ਹੁਣ ਬੱਚੇ ਦੇਖੋ ਤੁਹਾਨੂੰ ਇਹ ਟਰਮ ਸਮਝ ਨਹੀਂ ਆ ਰਹੀ, ਇਹ ਫੈਕਟ ਸ਼ੀਟ ਆ ਜਿਹੜੀ ਮੈਂ ਤੁਹਾਨੂੰ ਇਹ ਬਿਲਕੁਲ ਲਾਸਟ 'ਤੇ ਦਿਖਾਊਂਗਾ, ਜਦੋਂ ਤੁਹਾਨੂੰ ਉਦੋਂ ਫਿਰ ਪਤਾ ਲੱਗ ਜੂਗਾ ਵੀ ਇਹਦੇ 'ਚੋਂ ਆਪਾਂ ਜੇ ਅਲੱਗ-ਅਲੱਗ ਕਰਕੇ ਦੇਖ ਰਹੇ ਹਾਂ ਵੀ ਉੱਪਰ ਦਾ ਆਪਾਂ ਇੱਕ ਸਿੰਪਲ ਲਿਖਤਾ ਵੀ 14.55% ਆ, ਬਟ ਇੱਥੇ 34.5 ਆ, ਇੱਥੇ 31.5 ਦਿਖਾ ਰਹੇ ਨੇ, ਇੱਥੇ 15.54 ਦਿਖਾ ਰਹੇ ਆ। ਤਾਂ ਹਜੇ ਤੁਸੀਂ ਇਹਦੇ 'ਚ ਕਨਫਿਊਜ਼ ਹੋ ਜਾਓਗੇ, ਤਾਂ ਇਹਨੂੰ ਤੁਸੀਂ ਜਮਾਂ ਲਾਸਟ 'ਤੇ ਦੇਖਿਓ। ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਨਫਲੇਸ਼ਨ। ਇਨਫਲੇਸ਼ਨ ਕੀ ਹੁੰਦੀ ਆ, ਇਨਫਲੇਸ਼ਨ ਨੂੰ ਕਹਿੰਦੇ ਆ ਜਾਂ ਤਾਂ ਮੁਦਰਾਸਫੀਤੀ ਆ ਜੇ ਉਹ ਵੀ ਇਹੀ ਹੁੰਦਾ, ਜਾਂ ਫਿਰ ਇਹਨੂੰ ਕਹਿੰਦੇ ਆ ਮਹਿੰਗਾਈ ਔਰ ਮੁਦਰਾਸਫੀਤੀ, ਉਹ ਦੋਨੋਂ ਚੀਜ਼ਾਂ ਹੀ ਇਹਨੂੰ ਕਹਿੰਦੇ ਆ। ਤਾਂ ਹੁਣ ਇਹਦੇ 'ਚ ਕੀ ਹੁੰਦਾ, ਪ੍ਰਾਈਜ਼ ਵਧੇ, ਪਰਚੇਜਿੰਗ ਪਾਵਰ ਜਾਂ ਫਿਰ ਮਨੀ ਵੈਲਿਊ ਘਟ ਜੇ, ਤਾਂ ਉਹਨੂੰ ਕਹਿੰਦੇ ਆ ਇਨਫਲੇਸ਼ਨ। ਹੁਣ ਪ੍ਰਾਈਜ਼ ਇੱਕ ਪਾਸੇ ਦਾ ਹੈਗਾ ਪ੍ਰਾਈਜ਼ ਔਰ ਦੂਸਰੇ ਪਾਸੇ ਹੈਗੀ ਆ ਪਰਚੇਜਿੰਗ ਪਾਵਰ। ਪਰਚੇਜਿੰਗ ਪਾਵਰ ਕੀ ਆ, ਜੇ ਤਾਂ ਪ੍ਰਾਈਜ਼ ਵੱਧ ਰਿਹਾ, ਪ੍ਰਾਈਜ਼ ਵਧੂਗਾ ਤਾਂ ਪਰਚੇਜਿੰਗ ਪਾਵਰ ਇਹਦੀ ਮਤਲਬ ਘਟ ਰਹੀ ਆ। ਤਾਂ ਕਹਿਣ ਤੋਂ ਭਾਵ ਕੀ ਆ ਵੀ ਇਹਨਾਂ ਦੋਨਾਂ ਦੇ ਵਿਚਾਲੇ ਜਿਹੜਾ ਰਿਲੇਸ਼ਨ ਹੋਊਗਾ ਉਹ ਨੈਗੇਟਿਵ ਰਿਲੇਸ਼ਨ ਹੋਊਗਾ। ਓਕੇ, ਮਤਲਬ ਜੇ ਇੱਕ ਵਧੂਗਾ ਦੈਨ ਦੂਸਰਾ ਘਟੂਗਾ, ਯਾਨੀ ਕਿ ਮਨੀ ਵੈਲਿਊ ਜੇ ਗਿਰ ਰਹੀ ਆ ਤਾਂ ਪ੍ਰਾਈਜ਼ ਚੀਜ਼ ਦਾ ਵੱਧ ਰਿਹਾ। ਤਾਂ ਇਹਨੂੰ ਕਹਿੰਦੇ ਨੇ ਇਨਫਲੇਸ਼ਨ, ਮਹਿੰਗਾਈ, ਮੁਦਰਾਸਫੀਤੀ, ਸਾਰੀ ਚੀਜ਼ ਇੱਕ ਆ, ਇਹਨਾਂ ਦਾ ਨੈਗੇਟਿਵ ਰਿਲੇਸ਼ਨ ਆ। ਇੱਥੋਂ ਤੱਕ ਕਲੀਅਰ ਆ। ਹੁਣ ਇਨਫਲੇਸ਼ਨ ਇਹਨੂੰ ਥੋੜ੍ਹਾ ਜਿਹਾ ਇਹਦੀ ਟਰਮ ਦੇ ਵਿੱਚ ਦੇਖ ਲਓ। ਇਨਫਲੇਸ਼ਨ ਇਜ਼ ਡਿਫਾਈਨਡ ਐਜ਼ ਅ ਸਿਚੁਏਸ਼ਨ, ਉਹ ਸਿਚੁਏਸ਼ਨ ਹੁੰਦੀ ਆ ਜਦੋਂ ਇਨਕਰੀਜ਼ ਇਨ ਦਾ ਜਨਰਲ ਪ੍ਰਾਈਜ਼ ਲੈਵਲ ਐਂਡ ਫਾਲ ਇਨ ਦਾ ਪਰਚੇਜਿੰਗ ਪਾਵਰ ਆਫ ਮਨੀ। ਉਹੀ ਗੱਲ ਆ ਗਈ, ਪਰਚੇਜਿੰਗ ਪਾਵਰ ਮਨੀ ਆ ਜਿਹੜੀ ਉਹਦਾ ਗਿਰ ਰਿਹਾ ਕੰਮ, ਪਰ ਪ੍ਰਾਈਜ਼ ਆ ਜਿਹੜਾ ਉਹ ਲਗਾਤਾਰ ਵੱਧ ਰਿਹਾ। ਤਾਂ ਕੰਡੀਸ਼ਨ ਜਦੋਂ ਪ੍ਰਾਈਜ਼ ਹਾਈ ਹੁੰਦਾ ਉਹਨੂੰ ਅਸੀਂ ਕਹਿੰਦੇ ਆ ਇਨਫਲੇਸ਼ਨ ਆ ਗਈ। ਦਾ ਰੀਜ਼ਨ ਫॉर ਪ੍ਰਾਈਜ਼ ਰਾਈਜ਼ ਕੈਨ ਬੀ ਕਲਾਸੀਫਾਈਡ ਅੰਡਰ 2 ਮੇਨ ਹੈਡਸ। ਤਾਂ ਇਹਦੇ 2 ਮੇਨ ਹੈਡ ਆ। ਪਹਿਲਾ ਇਨਕਰੀਜ਼ ਇਨ ਡਿਮਾਂਡ, ਜਿਹਦਾ ਡਿਮਾਂਡ ਦੇ ਵਿੱਚ ਵਾਧਾ ਹੋ ਜੇ, ਜਾਂ ਫਿਰ ਬਾਜ਼ਾਰ ਦੇ ਵਿੱਚ ਜਿਹੜੀ ਸਪਲਾਈ ਆ, ਸਪਲਾਈ ਬਿਲਕੁਲ ਘਟ ਜੇ। ਤਾਂ ਇਹ ਦੋਨੇ ਚੀਜ਼ਾਂ ਇਨਫਲੇਸ਼ਨ ਦੀਆਂ ਮੇਨ ਹੈਡ ਹੁੰਦੀਆਂ ਨੇ। ਜਾਂ ਤਾਂ ਦੇਖੋ ਕਿਸੇ ਚੀਜ਼ ਦੀ ਮੰਗ ਵੱਧ ਜੇ,
ਜਦੋਂ ਕਿਸੇ ਚੀਜ਼ ਦੀ ਮੰਗ ਵਧੂਗੀ ਤਾਂ ਉਦੋਂ ਉਹਦਾ ਰੇਟ ਹਾਈ ਹੁੰਦਾ, ਉਦੋਂ ਇਨਫਲੇਸ਼ਨ ਆਉਂਦੀ ਆ। ਜਦੋਂ ਹੁਣ ਫਿਰ ਜ਼ਿਆਦਾ ਹੀ ਉਹਦੀ ਚੀਜ਼ ਦੀ ਮੰਗ ਹੋ ਜਾਂਦੀ ਆ ਤਾਂ ਉਹਦੀ ਜਿਹੜੀ ਸਪਲਾਈ ਆ ਉਹ ਘਟ ਜਾਂਦੀ ਆ, ਤਾਂ ਰਿਡਿਊਸ ਸਪਲਾਈ ਜਾਂ ਫਿਰ ਇਨਕਰੀਜ਼ ਇਨ ਡਿਮਾਂਡ, ਦੈਨ ਦੋਨੇ ਚੀਜ਼ਾਂ ਦੇ ਨਾਲ ਪ੍ਰਾਈਸ ਆ ਜਿਹੜਾ ਉਹ ਹਾਈਕ ਹੋ ਜਾਂਦਾ। ਓਕੇ, ਤਾਂ ਇਹ ਇਹਦੇ ਮੇਨ ਹੈੱਡ ਨੇ ਇਨਫਲੇਸ਼ਨ ਦੇ। ਇਨਫਲੇਸ਼ਨ ਤੁਹਾਨੂੰ ਸਮਝ ਆ ਗਈ ਹੋਊਗੀ। ਬਾਕੀ ਸਰਕਾਰ ਦਾ ਕਦੇ ਵੀ ਟਾਰਗੇਟ ਇਹ ਨਹੀਂ ਹੁੰਦਾ ਵੀ ਮਹਿੰਗਾਈ ਨੂੰ, ਇਨਫਲੇਸ਼ਨ ਨੂੰ ਬਿਲਕੁਲ ਜੜ ਤੋਂ ਖਤਮ ਕੀਤਾ ਜਾਵੇ, ਨਹੀਂ। ਜਿਹੜੀ RPI ਦੀ ਰਿਪੋਰਟ ਹੁੰਦੀ ਆ ਉਹਦੇ 'ਚ ਇਨਫਲੇਸ਼ਨ ਟਾਰਗੇਟ ਹੁੰਦਾ ਉਹਦਾ 4%, 4 +-2 ਆ ਹੁੰਦਾ, ਮਤਲਬ ਕਿ 4 ਤੋਂ 2 ਥੱਲੇ ਤਾਂ 2% ਤੱਕ ਨੀਚੇ ਆ ਜੇ ਕੋਈ ਚੱਕਰ ਨਹੀਂ, ਉੱਪਰ ਵਗ ਜੇ 6% ਤੱਕ ਰੱਖਣੀ ਹੁੰਦੀ ਹੈ ਇਹਨਾਂ ਨੇ, ਇੱਥੇ ਤੱਕ ਤਾਂ ਕੋਈ ਚੱਕਰ ਨਹੀਂ। ਜੇ ਇਦੋਂ ਡਾਊਨ 'ਚ ਆ ਗਈ ਤਾਂ ਵੀ ਖਤਰਾ, ਜੇ ਉੱਪਰ ਗਈ ਤਾਂ ਵੀ ਮਤਲਬ ਕਿ ਚਿੰਤਾ ਦਾ ਵਿਸ਼ਾ। ਤਾਂ ਇਹਨੂੰ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਰੱਖਣਾ ਵੀ ਜਿਹੜੀ RBI ਦਾ ਇਨਫਲੇਸ਼ਨ ਟਾਰਗੇਟ ਹੁੰਦਾ ਉਹ 4 +-2 ਹੁੰਦਾ। ਓਕੇ, ਤਾਂ ਇਹ ਇਹਨਾਂ ਦਾ ਬੈਂਡ ਆ। ਤੁਹਾਨੂੰ ਪੁੱਛਿਆ ਜਾਵੇ ਇਨਫਲੇਸ਼ਨ ਬੈਂਡ RBI ਦਾ ਕਿੰਨਾ ਗਾ, ਤੁਸੀਂ ਕਹੋਗੇ 4 +-2, ਕਿਉਂਕਿ 4 ਤੋਂ 2 ਪੁਆਇੰਟ ਉੱਪਰ ਵੀ ਜਾ ਸਕਦੀ ਹੈ, 4 ਤੋਂ ਨੀਚੇ ਵੀ। ਬਿਲਕੁਲ ਇਹ ਖਤਮ ਕਦੇ ਨਹੀਂ ਕਰਦੇ, ਨਾ ਇਹ ਕਰਨਾ ਚਾਹੁੰਦੇ ਆ, ਕਿਉਂਕਿ ਇੰਨੀ ਕੁ ਹੋਣੀ ਠੀਕ ਹੁੰਦੀ ਹੈ ਮਹਿੰਗਾਈ। ਹੁਣ ਆਪਾਂ ਗੱਲ ਕਰਨੀ ਵੀ ਟਾਈਪਸ ਆਫ ਇਨਫਲੇਸ਼ਨ। ਤਾਂ ਇਨਫਲੇਸ਼ਨ ਦਾ ਤਾਂ ਤੁਹਾਨੂੰ ਇੰਨਾ ਪਤਾ ਲੱਗ ਗਿਆ। ਤਾਂ ਹੁਣ ਇਹਦੇ 'ਚ ਕੀ ਹੁੰਦਾ, ਪ੍ਰਾਈਸ ਦੇਖੇ ਜਾਂਦੇ ਆ ਜਦੋਂ, ਮਤਲਬ ਹੁਣ ਆਪਾਂ ਇਹਦੇ ਇੰਡੈਕਸ ਦੀ ਆਪਾਂ ਗੱਲ ਕਰਾਂਗੇ ਤਾਂ ਉਹਦੇ 'ਚ ਹੁੰਦੀ ਆ ਬਾਸਕਟ ਆਫ ਕਮੋਡਿਟੀਜ਼, ਮਤਲਬ ਕਿ ਇੱਕ ਜ਼ਰੂਰੀ ਵਸਤਾਂ ਦੀ ਟੋਕਰੀ ਕਹਿ ਲਓ ਤੁਸੀਂ, ਉਹਦੇ 'ਚ ਹੁੰਦੀ ਆ। ਤਾਂ ਹੁਣ ਡਿਮਾਂਡ ਪੁੱਲ ਇਨਫਲੇਸ਼ਨ ਕਿਹੜੀ ਆ ਇਹ, ਡਿਮਾਂਡ ਪੁੱਲ ਇਨਫਲੇਸ਼ਨ। ਤਾਂ ਹੁਣ ਜਿਹੜੀ ਡਿਮਾਂਡ ਪੁੱਲ ਇਨਫਲੇਸ਼ਨ ਆ ਇਹਦੇ 'ਚ ਕੀ ਆ, ਹਾਈ ਡਿਮਾਂਡ ਹੁੰਦੀ ਆ। ਡਿਮਾਂਡ ਪੁੱਲ ਇਨਫਲੇਸ਼ਨ ਦੇ ਵਿੱਚ ਕੀ ਹੁੰਦੀ ਆ, ਕਿਸੇ ਵੀ ਚੀਜ਼ ਦੀ ਹਾਈ ਡਿਮਾਂਡ ਹੁੰਦੀ ਆ। ਦਿਸ ਟਾਈਪ ਆਫ ਇਨਫਲੇਸ਼ਨ ਇਜ਼ ਕਾਜ਼ਡ ਡਿਊ ਟੂ ਐਨ ਇਨਕਰੀਜ਼ ਐਨ ਡਿਮਾਂਡ ਇਨ ਦਾ ਇਕੋਨਮੀ। ਜਦੋਂ ਇਕੋਨਮੀ ਦੇ ਵਿੱਚ ਕਿਸੇ ਚੀਜ਼ ਦੀ ਡਿਮਾਂਡ ਵੱਧ ਜਾਂਦੀ ਆ ਤਾਂ ਹੁਣ ਇਹਦੇ ਫੈਕਟਰ ਕਿਹੜੇ ਨੇ, ਜੇ ਤਾਂ ਕੋਈ ਪਾਪੂਲੇਸ਼ਨ ਵੱਧ ਜੇ ਤਾਂ ਕਿਸੇ ਚੀਜ਼ ਦੀ ਡਿਮਾਂਡ ਆ ਜਿਹੜੀ ਵਧੂਗੀ, ਬਲੈਕ ਮਨੀ ਆ ਉਹਦੇ ਨਾਲ ਵੀ ਹੋਊਗਾ, ਰਾਈਜ਼ ਇਨ ਇਨਕਮ ਇਹਦੇ ਨਾਲ ਵੀ ਵਧੂਗੀ, ਠੀਕ ਆ। ਤਾਂ ਗਵਰਨਮੈਂਟ ਐਕਸਪੈਂਡੀਚਰ ਕਰ ਰਹੀ ਆ, ਗਵਰਨਮੈਂਟ ਦਾ ਐਕਸਪੈਂਡੀਚਰ ਵੱਧ ਰਿਹਾ। ਜੇ ਹੁਣ ਸਰਕਾਰ ਬਾਜ਼ਾਰ ਦੇ ਵਿੱਚ ਜਿੰਨਾ ਖਰਚ ਕਰੂਗੀ ਤਾਂ ਬਾਜ਼ਾਰ ਦੇ ਵਿੱਚ ਪੈਸਾ ਉਨਾ ਆਊਗਾ, ਤਾਂ ਉਹ ਪੈਸਾ ਲੋਕਾਂ ਦੇ ਕੋਲ ਆਊਗਾ, ਦੈਨ ਲੋਕਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਉਹ ਜ਼ਿਆਦਾ ਹੋਣਗੀਆਂ। ਜਦੋਂ ਲੋਕਾਂ ਦੀ ਡਿਮਾਂਡ ਵਧਣ ਦੇ ਨਾਲ ਜਿਹੜੀ ਮਹਿੰਗਾਈ ਆਉਂਦੀ ਆ ਉਹਨੂੰ ਕਹਿੰਦੇ ਆ ਡਿਮਾਂਡ ਪੁੱਲ ਇਨਫਲੇਸ਼ਨ। ਇੱਕ ਇਹਦੇ ਨਾਲ ਦੀ ਆਪਾਂ ਹੋਰ ਕਰਾਂਗੇ, ਠੀਕ ਆ, ਜਿਹਨੂੰ ਕਹਿੰਦੇ ਆਪਾਂ ਕਾਸਟ ਪੁਸ਼ ਇਨਫਲੇਸ਼ਨ। ਤਾਂ ਇਹਨਾਂ 'ਚ ਕਨਫਿਊਜ਼ ਨਹੀਂ ਹੋਣਾ। ਡਿਮਾਂਡ ਪੁੱਲ ਦੇ ਵਿੱਚ ਕੀ ਹੁੰਦਾ, ਜਦੋਂ ਕਿਸੇ ਚੀਜ਼ ਦੀ ਡਿਮਾਂਡ ਵੱਧ ਰਹੀ ਆ ਉਹਦੇ ਆ ਕੁਝ ਕੁ ਫੈਕਟਰ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ 'ਚ ਰੱਖਣਾ, ਯਾਦ ਰੱਖਿਓ ਇਹਨੂੰ। ਹੁਣ ਕਾਸਟ ਪੁੱਲ ਇਨਫਲੇਸ਼ਨ ਆ ਜਿਹੜੀ, ਤਾਂ ਇਹਦੇ 'ਚ ਕੀ ਹੁੰਦਾ, ਲੋ ਸਪਲਾਈ ਦੇ ਕਾਰਨ ਆਉਂਦੀ ਆ। ਇਹ ਕਾਹਦੇ ਕਾਰਨ ਆਉਂਦੀ ਆ, ਇਹ ਲੋ ਸਪਲਾਈ। ਤਾਂ ਜਮਾ ਇਹ ਸਿੰਪਲ ਫੈਕਟ ਆ ਜਿਹੜਾ ਲੋ ਸਪਲਾਈ ਦੇ ਕਾਰਨ ਆਉਂਦੀ ਆ। ਤਾਂ ਹੁਣ ਇਹਦੇ ਕਾਰਨ ਕੀ ਨੇ, ਇਨਕਰੀਜ਼ ਇਨ ਪ੍ਰਾਈਸ ਆਫ ਇਨਪੁਟਸ। ਬਾਕੀ ਆ ਤੁਸੀਂ ਬੱਚੇ ਦੇਖੋ ਤੁਹਾਡੇ ਸਾਹਮਣੇ ਲਿਸਟ ਆ ਗਈ, ਇਹਨੂੰ ਤੁਸੀਂ ਪੜ੍ਹ ਸਕਦੇ ਹੋ। ਤਾਂ ਮਤਲਬ ਕਿਹੜੇ ਕਿਹੜੇ ਦੇ ਕਾਰਨ ਨੇ ਉਹ ਤੁਹਾਨੂੰ ਮੈਂ ਬੇਸਿਕਲੀ ਦੱਸ ਦਿੰਦਾ ਵੀ ਮਤਲਬ ਕਿ ਕੀ ਆ। ਜੇ ਤਾਂ ਐਗਰੀਕਲਚਰ ਸੈਕਟਰ 'ਚ ਜਿਵੇਂ ਪਿਆਜ਼ ਆ, ਖੇਤੀਬਾੜੀ ਆ, ਉਹਦੇ 'ਚ ਕੋਈ ਕਮੀ ਹੋ ਜਾਂਦੀ ਆ ਤਾਂ ਦੈਨ ਉਦੋਂ ਉਹਨੂੰ ਕਹਿੰਦੇ ਆ, ਜਾਂ ਰॉ ਮਟੀਰੀਅਲ ਆ ਉਹ ਮਹਿੰਗਾ ਹੋਵੇ ਤਾਂ ਅਸੀਂ ਘੱਟ ਖਰੀਦਦੇ ਆ, ਉਹਨੂੰ ਕਹਿੰਦੇ ਆ ਲੋ ਸਪਲਾਈ, ਠੀਕ ਆ। ਤਾਂ ਇਹ ਚੀਜ਼ਾਂ ਦੇ ਕਰਕੇ ਇਹਦੇ ਫੈਕਟਰ ਹੁੰਦੇ ਆ ਜਿਨ੍ਹਾਂ ਦੇ ਨਾਲ ਇਹ ਇਫੈਕਟਿਵ ਹੁੰਦੀ ਆ। ਤਾਂ ਤੁਸੀਂ ਇਹ ਸਾਰੇ ਪੜ੍ਹ ਸਕਦੇ ਹੋ ਔਰ ਇਹਨਾਂ ਨੂੰ ਇੱਕ ਵਾਰੀ ਅੱਖਾਂ ਥਾਈਂ ਦੀ ਤੁਸੀਂ ਲੰਘਾ ਦਿਓ, ਦੈਨ ਤੁਹਾਨੂੰ ਇਹ ਚੀਜ਼ ਆ ਜਿਹੜੀ ਕਦੇ ਆਪਸ਼ਨਾਂ ਦੇ ਵਿੱਚ ਆ ਗਈ ਦੈਨ ਹਿੱਟ ਕਰ ਜੂਗੀ ਵੀ ਹਾਂ ਆਹ ਚੀਜ਼ ਅਸੀਂ ਪੜ੍ਹੀ ਹੋਈ ਆ। ਹੁਣ ਇਫੈਕਟ ਆਫ ਡਿਮਾਂਡ ਪੁੱਲ ਇਨਫਲੇਸ਼ਨ, ਇਫੈਕਟ ਆਫ ਡਿਮਾਂਡ ਪੁੱਲ ਇਨਫਲੇਸ਼ਨ ਸ਼ਾਰਟੇਜ ਬਸ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਬੱਚੇ। ਹੁਣ ਦੇਖੋ, ਇੱਕ ਹੁੰਦੀ ਆ ਹੈਡਲਾਈਨ ਇਨਫਲੇਸ਼ਨ, ਇੱਕ ਹੁੰਦੀ ਆ ਕੋਰ ਇਨਫਲੇਸ਼ਨ। ਹੈਡਲਾਈਨ ਇਨਫਲੇਸ਼ਨ ਐਂਡ ਕੋਰ ਇਨਫਲੇਸ਼ਨ। ਤਾਂ ਇਹਨਾਂ ਦੇ ਵਿੱਚ ਦੇਖਣਾ, ਜਿਹੜੀ ਤਾਂ ਹੈਡਲਾਈਨ ਇਨਫਲੇਸ਼ਨ ਆ ਇਹ ਮੇਜਰ ਹੁੰਦਾ ਮਾਪਣਾ ਟੋਟਲ ਇਨਫਲੇਸ਼ਨ ਵਿਦਇਨ ਐਨ ਇਕੋਨਮੀ। ਜਿੰਨੀ ਇਕੋਨਮੀ ਦੇ ਵਿੱਚ ਟੋਟਲ ਮਹਿੰਗਾਈ ਚੱਲ ਰਹੀ ਆ ਉਹਨੂੰ ਕੌਣ ਮੇਜਰ ਕਰਦਾ, ਹੈਡਲਾਈਨ ਇਨਫਲੇਸ਼ਨ ਕਰਦਾ। ਇਟ ਇਨਕਲੂਡ ਪ੍ਰਾਈਸ ਰਾਈਜ਼ ਇਨ ਫੂਡ ਦੇ ਵਿੱਚ ਪ੍ਰਾਈਸ ਵੱਧ ਗਿਆ, ਫਿਊਲ ਦੇ ਵਿੱਚ ਵੱਧ ਗਿਆ, ਜਾਂ ਫਿਰ ਹੋਰ ਕਮੋਡਿਟੀ ਆ, ਤਾਂ ਉਹ ਸਾਰੀਆਂ ਚੀਜ਼ਾਂ ਇਹਦੇ 'ਚ ਆਪਾਂ ਇਹ ਕਾਊਂਟ ਕਰ ਲੈਂਦਾ। ਤਾਂ ਇਹਨੂੰ ਕਹਿੰਦੇ ਆ ਹੈਡਲਾਈਨ ਇਨਫਲੇਸ਼ਨ। ਦਾ ਇਨਫਲੇਸ਼ਨ ਰੇਟ ਐਕਸਪ੍ਰੈਸਡ ਐ ਹੋਲਸੇਲ ਪ੍ਰਾਈਸ ਇੰਡੈਕਸ। ਓਕੇ, ਤਾਂ ਇਹਦੇ 'ਚ ਕੀ ਹੁੰਦਾ, ਇਹ ਹੈਡਲਾਈਨ ਵਾਲੀ ਆ ਜਾਂਦੀ ਆ। ਹੁਣ ਆਪਾਂ ਗੱਲ ਕਰਦੇ ਹਾਂ ਕੋਰ ਇਨਫਲੇਸ਼ਨ ਦੀ। ਹੁਣ ਇਹਦੇ 'ਚ ਕੀ ਹੁੰਦਾ, ਕੁਛ ਕੁ ਤਾਂ ਇਹ 'ਚ ਇਨਕਲੂਜਨ ਹੁੰਦੀਆਂ ਨੇ, ਕੁਛ ਕੁ ਚੀਜ਼ਾਂ ਇਹਦੇ 'ਚ ਬਾਹਰ ਕਰ ਦਿੰਦੇ ਆ। ਹੁਣ ਇਹਦੇ 'ਚ ਦੇਖੋ, ਪਹਿਲਾਂ ਇਹਦੇ 'ਚ ਕੀ ਹੁੰਦਾ, ਪ੍ਰਾਈਸ ਤਾਂ ਵਧੂਗਾ, ਠੀਕ ਆ, ਸਾਰੀਆਂ ਗੁੱਡਸ ਦਾ ਪਲੱਸ ਸਰਵਿਸਿਜ਼ ਦਾ। ਇਹਦੇ 'ਚ એનર્ਜੀ ਦੇ ਫੂਡ ਨੂੰ ਛੱਡ ਦਿੰਦੇ ਆ। ਕਿਹਨੂੰ ਛੱਡ ਦਿੰਦੇ ਆ, એનર્ਜੀ ਐਂਡ ਫੂਡ ਨੂੰ ਇਹ ਚੀਜ਼ ਕੱਢ ਦਿੰਦੇ ਆ। ਟਰਮ ਯੂਜ਼ਡ ਟੂ ਡਿਨੋਟ ਦਾ ਐਕਸਟੈਂਡ ਇਨਫਲੇਸ਼ਨ ਐਨ ਇਕੋਨਮੀ ਬਟ ਕੋਰ ਇਨਫਲੇਸ਼ਨ ਡਜ਼ ਨਾਟ ਕੰਸੀਡਰ ਦਾ ਇਨਫਲੇਸ਼ਨ ਇਨ ਫੂਡ ਐਂਡ ਫਿਊਲ। ਹੁਣ ਫੂਡ ਆ ਔਰ ਫਿਊਲ ਆ ਪਲੱਸ એનર્ਜੀ ਆ, ਇਹਨਾਂ ਨੂੰ ਛੱਡ ਦਿੰਦੇ ਆ। ਬਾਕੀ ਸਾਰਾ ਕੁਛ ਉਹਦੇ ਵਾਲਾ ਹੀ ਆ ਜਾਂਦਾ, ਉਹਦੇ 'ਚ ਕਾਊਂਟ ਕੀਤਾ ਜਾਂਦਾ ਅਤੇ ਇਹਦੇ 'ਚ ਇਹ ਚੀਜ਼ਾਂ ਨੂੰ ਛੱਡ ਦਿੱਤਾ ਜਾਂਦਾ। ਓਕੇ, ਬਾਕੀ ਇਹ ਫਸਟ ਯੂਜ਼ ਕਦੋਂ ਕੀਤੀ ਗਈ ਸੀ ਇੰਡੀਆ ਦੇ ਵਿੱਚ, 2000 ਅਤੇ 2001 ਦੇ ਵਿੱਚ, ਪਰ ਉਦੋਂ ਇਹ ਮਤਲਬ ਕਿ ਫਿੱਟ ਨਹੀਂ ਬੈਠੀ ਆਪਣੇ। ਫਿਰ 2015-16 ਦੇ ਵਿੱਚ ਦੁਬਾਰੇ
ਕਿਉਂ ਨਹੀਂ ਆਈ, ਇਹ ਚੀਜ਼ਾਂ ਨੂੰ ਕਿਉਂ ਛੱਡਿਆ? ਕਿਉਂਕਿ ਜਦੋਂ 2001 ਦੇ ਵਿੱਚ ਇਹ ਤੋਂ ਕੀਤਾ ਗਿਆ, ਕਿਉਂਕਿ ਉਦੋਂ ਜ਼ਿਆਦਾ ਚੀਜ਼ਾਂ ਦੇ ਪ੍ਰਾਈਸ ਜਿਹੜਾ ਆ ਰਿਹਾ ਸੀ ਉਹ ਫੂਡ ਆਰਟੀਕਲ ਔਰ એનર્ਜੀ ਦੇ ਉੱਤੇ ਬੇਸ ਆ ਰਿਹਾ ਸੀ, ਦੈਨ ਤਾਂ ਕਰਕੇ ਉਦੋਂ ਆਪਣੇ ਫਿੱਟ ਨਹੀਂ ਬੈਠੀ। ਤਾਂ ਫਿਰ ਇਸ ਤੋਂ ਬਾਅਦ 2015-16 ਦੇ ਵਿੱਚ ਕੋਰ ਜਿਹੜੀ ਸੀਗੀ ਕੋਰ ਇਨਫਲੇਸ਼ਨ ਇਹ ਭਾਰਤ ਨੇ ਮਾਪੀ, ਤਾਂ ਇਹਦੇ 'ਚ ਫੂਡ, ਫਿਊਲ, ਲਾਈਟ, ਟਰਾਂਸਪੋਰਟ, ਕਮਿਊਨੀਕੇਸ਼ਨ ਇਹ ਚੀਜ਼ਾਂ ਸਾਰੀਆਂ ਇਹਦੇ 'ਚੋਂ ਬਾਹਰ ਕਰਤੀਆਂ, ਇਹਨੂੰ ਕਹਿੰਦੇ ਆ ਕੋਰ ਇਨਫਲੇਸ਼ਨ। ਤਾਂ ਹੁਣ ਤੁਹਾਨੂੰ ਕੱਲੀ ਇਨਫਲੇਸ਼ਨ ਔਰ ਹੈਡਲਾਈਨ ਇਨਫਲੇਸ਼ਨ ਔਰ ਕੋਰ ਇਨਫਲੇਸ਼ਨ ਦੋਨੇ ਟਰਮ ਚੰਗੀ ਤਰ੍ਹਾਂ ਸਮਝ ਲੱਗ ਗਈਆਂ ਹੋਣਗੀਆਂ ਵੀ ਉਹਦੇ 'ਚ ਤਾਂ ਸਾਰੀਆਂ ਚੀਜ਼ਾਂ ਜਿੰਨੀ ਇਕਨੋਮੀ ਦੇ ਵਿੱਚ ਆ ਰਹੀ ਆ ਉਹ ਸਾਰੀਆਂ ਚੀਜ਼ਾਂ ਨੂੰ ਕਾਊਂਟ ਕੀਤਾ ਜਾਂਦਾ। ਪਰ ਜਿਹੜਾ ਆਪਾਂ ਆਹ ਦੇਖਦੇ ਹਾਂ ਕੋਰ ਇਨਫਲੇਸ਼ਨ, ਇਹਦੇ 'ਚ ਫੂਡ ਹੋ ਗਿਆ, ਫਿਊਲ ਹੋ ਗਿਆ, એનર્ਜੀ ਹੋ ਗਈ, ਟਰਾਂਸਪੋਰਟ ਹੋ ਗਿਆ, ਲਾਈਟ ਹੋ ਗਿਆ, ਇਹ ਚੀਜ਼ਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਇਹਦੇ 'ਚ ਕੀਤਾ ਜਾਂਦਾ। ਓਕੇ, ਬਾਕੀ ਇਹ ਲਈ ਤਾਂ ਉਹਦੇ ਤੋਂ ਗਈ ਆ ਚੀਜ਼। ਤਾਂ ਹੁਣ ਦੇਖੋ ਆਪਾਂ ਹੁਣ ਜਿਹੜਾ ਆਪਣਾ ਮੇਨ ਟੌਪਿਕ ਆ ਉਹਦੇ ਬਾਰੇ ਹੁਣ ਗੱਲ ਕਰਦੇ ਹਾਂ, ਹੋਲਸੇਲ ਪ੍ਰਾਈਸ ਇੰਡੈਕਸ। ਇਹ ਤੋਂ ਪਹਿਲਾਂ ਮੈਂ ਤੁਹਾਨੂੰ ਇਨਫਲੇਸ਼ਨ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਬੱਚੇ, ਤੁਹਾਨੂੰ ਸਮਝ ਲੱਗ ਗਿਆ ਹੋਊ। ਇਨਫਲੇਸ਼ਨ ਹੁੰਦੇ ਆ ਵੀ ਜਦੋਂ ਪ੍ਰਾਈਸ ਵੱਧ ਰਿਹਾ ਤੇ ਉਹਦੀ ਮਨੀ ਵੈਲਿਊ, ਉਹਨੂੰ ਖਰੀਦਣ ਦੇ ਲਈ ਪਰਚੇਸਿੰਗ ਪਾਵਰ ਘਟ ਰਹੀ ਆ, ਦੋਨਾਂ ਦਾ ਇੱਕ ਦੂਜੇ ਦੇ ਨਾਲ ਉਲਟਾ ਸੰਬੰਧ ਹੁੰਦਾ, ਜਾਣੀ ਕਿ ਨੈਗੇਟਿਵ ਰਿਲੇਸ਼ਨ ਈਚ ਹੁੰਦਾ, ਇਹਨੂੰ ਕਹਿੰਦੇ ਆ ਇਨਫਲੇਸ਼ਨ। ਤਾਂ ਸਰਕਾਰ ਕਦੇ ਵੀ ਇਹਨੂੰ ਖਤਮ ਨਹੀਂ ਕਰਨਾ ਚਾਹੁੰਦੀ। ਆਰਬੀਆਈ ਦਾ ਬੈਂਡ ਕਿੰਨਾ 4 + -2, ਤਾਂ 4 ਤੋਂ 2 ਉੱਪਰ ਵੀ ਜਾ ਸਕਦੀ ਹੈ, 4 ਤੋਂ 6 ਤੱਕ ਕੋਈ ਚੱਕਰ ਨਹੀਂ, ਨੋਰਮਲ ਆ। 4 ਤੋਂ 2 ਨੀਚੇ ਜਾਣੀ ਕਿ 2% ਤੱਕ ਕੋਈ ਚੱਕਰ ਨਹੀਂ, ਨੋਰਮਲ ਆ। ਬਟ ਇਦੋਂ ਬਾਅਦ ਕੰਸਰਨ ਹੋ ਜਾਂਦਾ ਜਦੋਂ ਫਿਰ ਇਸ ਤੋਂ ਉੱਪਰ ਟੱਪ ਜਾਂਦੀ ਆ। ਤਾਂ ਇਹ ਚੀਜ਼ ਤਾਂ ਕਲੀਅਰ ਆ। ਹੁਣ ਆਪਾਂ ਗੱਲ ਕਰਨੀ ਆ ਹੋਲਸੇਲ ਪ੍ਰਾਈਸ ਇੰਡੈਕਸ ਦੀ। ਤਾਂ ਪਹਿਲਾਂ ਇਹ ਮਿਨਿਸਟਰੀ ਕਿਹੜੀ ਆ ਜਿਹੜੀ ਇਹਨੂੰ ਕਰਦੀ ਆ? ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਆ, ਜਿਹਦੇ ਦੁਆਰਾ ਇਹ ਕੀਤਾ ਜਾਂਦਾ। ਹੁਣ ਇਹਦੇ ਇਫੈਕਟ ਕੀ ਨੇ? ਇਟ ਮੀਜ਼ਰ ਮਤਲਬ ਮਾਪਦਾ ਚੇਂਜਸ ਇਨ ਦਾ ਪ੍ਰਾਈਸ ਆਫ ਗੁੱਡਸ ਸੋਲਡ ਐਂਡ ਟ੍ਰੇਡਡ, ਜਿਹੜੀਆਂ ਚੀਜ਼ਾਂ ਵੇਚੀਆਂ ਗਈਆਂ, ਟ੍ਰੇਡ ਕੀਤਾ ਗਿਆ ਹੋਲਸੇਲ ਬਿਜ਼ਨਸ ਲੈਵਲ ਤੇ, ਠੀਕ ਆ, ਦੂਜੇ ਬਿਜ਼ਨਸ ਦੇ ਵਿੱਚ, ਮਤਲਬ ਕਿ ਬਿਜ਼ਨਸ ਟੂ ਬਿਜ਼ਨਸ ਹੀ ਆ ਇਹ। ਤਾਂ ਕਰਕੇ ਆਪਾਂ ਨੂੰ ਲੋਡ ਫਿਰ ਇਹ ਤੋਂ ਬਾਅਦ ਕਾਹਦੇ ਤੇ ਸ਼ਿਫਟ ਹੋਏ ਸੀ ਆਪਾਂ? CPI ਜਾਣੀ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਤੇ ਬਾਅਦ ਦੇ ਵਿੱਚ ਆਪਾਂ ਸ਼ਿਫਟ ਹੋਏ। ਕਿਵੇਂ ਹੋਏ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸੂਗਾ, ਬਟ ਹੁਣ ਤੁਸੀਂ ਇਹਦੇ ਇਫੈਕਟ ਜਿੰਨੇ ਨੇ ਉਹਨਾਂ ਨੂੰ ਧਿਆਨ ਦੇ ਨਾਲ ਸੁਣੋ। ਪਬਲਿਸ਼ਡ ਕਿਹਦੇ ਦੁਆਰਾ ਕੀਤਾ ਜਾਂਦਾ? ਆਫਿਸ ਆਫ ਇਕਨੋਮਿਕ ਐਡਵਾਈਜ਼ਰ। ਦੇਖੋ ਬੱਚੇ, ਆ ਜਿਹੜੇ ਹੈਗੇ ਨੇ ਇਹ ਤੁਹਾਡੇ ਲਈ ਵੈਰੀ ਇੰਪੋਰਟੈਂਟ ਨੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਲੈ ਕੇ। ਕਿਹਦੇ ਦੁਆਰਾ ਪਬਲਿਸ਼ ਕੀਤਾ ਜਾਂਦਾ? ਆਫਿਸ ਆਫ ਇਕਨੋਮਿਕ ਐਡਵਾਈਜ਼ਰ। ਮਿਨਿਸਟਰੀ ਕਿਹੜੀ ਆ? ਕਮਰਸ ਐਂਡ ਇੰਡਸਟਰੀ। ਤਾਂ ਇਹ ਤਾਂ ਸਿੱਧੇ ਫੈਕਟ ਇਹਦੇ 'ਚ ਆਈ ਥਿੰਕ ਅਨਾਲਿਸਟਿਕ ਦਾ ਪੇਪਰ ਸੀ ਜਾਂ ਪ੍ਰਿੰਸੀਪਲ ਦਾ, ਉਹਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਸੀਗਾ ਵੀ ਉਹਨਾਂ ਨੇ ਕਿਹੜਾ ਬੇਸ ਈਅਰ ਲਿਆ ਸੀ ਜਾਂ ਕਿਹਦੇ ਦੁਆਰਾ ਰਿਲੀਜ਼ ਕੀਤਾ ਜਾਂਦਾ। ਤਾਂ ਕਰਕੇ ਇਹ ਫੈਕਟ ਨੇ ਤੁਹਾਡੇ ਲਈ ਜ਼ਰੂਰੀ ਆ। ਹੁਣ ਇਹਦੇ 'ਚ ਕੀ ਹੁੰਦਾ? ਪ੍ਰਾਈਸ ਆਫ ਬਾਸਕਟ ਆਫ ਗੁੱਡਸ ਹੁੰਦਾ ਦੈਟ ਆਰ ਸੋਲਡ ਹੋਲਸੇਲ ਰੇਟਸ, ਜਿਹੜੀਆਂ ਹੋਲਸੇਲ ਰੇਟਸ ਦੇ ਉੱਤੇ ਵੇਚੀਆਂ ਜਾਂਦੀਆਂ ਨੇ ਚੀਜ਼ਾਂ। ਤਾਂ ਇਹਦੇ 'ਚ ਫੋਕਸ ਹੁੰਦਾ ਪ੍ਰਾਈਸ ਆਫ ਗੁੱਡਸ ਦੈਟ ਆਰ ਟ੍ਰੇਡਡ ਬਿਟਵੀਨ ਕੋਆਪਰੇਸ਼ਨਸ, ਮਤਲਬ ਕਿ ਬਿਜ਼ਨਸ ਵਾਲਾ ਕੰਮ ਹੀ ਹੋ ਗਿਆ, ਨੀਚੇ ਵਾਲੇ ਲੈਵਲ ਤੇ ਨਹੀਂ ਹੁੰਦਾ, ਰਿਟੇਲ ਲੈਵਲ ਤੇ ਨਹੀਂ, ਉੱਪਰ ਲਈ ਚੱਲਦਾ ਕੰਮ ਇਹਦੇ 'ਚ, ਠੀਕ ਆ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਜਿਹੜਾ WPI ਅਮਾਊਂਟਸ ਟੂ ਦਾ ਐਵਰੇਜ ਚੇਂਜ ਇਨ ਦਾ ਪ੍ਰਾਈਸ ਆਫ ਕਮੋਡਿਟੀ ਐਟ ਦਾ ਹੋਲਸੇਲ ਲੈਵਲ, ਆਹੀ ਚੀਜ਼ ਆ ਗਈ ਵੀ ਇਹ ਹੋਲਸੇਲ ਲੈਵਲ ਤੇ ਹੁੰਦਾ। ਤਾਂ ਇਹਦੇ 'ਚ 3 ਕੰਪੋਨੈਂਟ ਹੁੰਦੇ ਆ। ਇਹ ਤਾਂ ਰਹੀ ਹੁਣ ਆਪਣੇ ਫੈਕਟ ਦੀ ਗੱਲ। ਹੁਣ ਇਹ ਕਿਹਦੇ ਦੁਆਰਾ ਕੀਤਾ ਜਾਂਦਾ? ਪਹਿਲੀ ਗੱਲ ਤਾਂ ਜਿਹੜਾ ਇਹ WPI ਆ ਇਹ ਮੈਕਰੋ ਲੈਵਲ ਤੇ ਹੁੰਦਾ। ਮੈਕਰੋ ਐਂਡ ਮਾਈਕਰੋ, ਮੈਕਰੋ ਤੇ ਮਾਈਕਰੋ ਮੈਂ ਤੁਹਾਨੂੰ ਦੋਨੋਂ ਬੜੀ ਚੰਗੀ ਤਰ੍ਹਾਂ ਸਮਝਾਏ ਹੋਏ ਆ ਬੱਚੇ, ਤੁਸੀਂ ਪਹਿਲਾਂ ਵਾਲੀ ਵੀਡੀਓ ਇਕਨੋਮੀ ਦੀ ਦੇਖ ਲਿਓ। ਔਰ ਇਹਦਾ ਜਿਹੜਾ ਬੇਸ ਈਅਰ ਆ, ਪਹਿਲਾਂ ਬੇਸ ਈਅਰ ਹੁੰਦਾ ਸੀ ਆ ਇੱਥੇ ਹੈ ਆਪਣੇ ਕੋਲ, ਠੀਕ ਆ। ਤਾਂ ਇਹਦਾ ਪਹਿਲਾਂ ਬੇਸ ਈਅਰ ਕਿੰਨਾ ਹੁੰਦਾ ਸੀ? 2004-05, ਪਰ ਹੁਣ ਇਹਦਾ ਬੇਸ ਈਅਰ ਕਿੰਨਾ ਗਾ? 2011 ਤੇ 12। ਜਿਹੜਾ ਇਹ ਤੋਂ ਇਹ ਚੇਂਜ ਕੀਤਾ ਗਿਆ, ਇਹ ਚੇਂਜ ਕੀਤਾ ਸੀ 2017 ਦੇ ਵਿੱਚ। ਓਕੇ, ਆ ਵੀ ਫੈਕਟ ਵੈਰੀ ਇੰਪੋਰਟੈਂਟ ਆ, ਇਹਨੂੰ ਵੀ ਤੁਸੀਂ ਧਿਆਨ 'ਚ ਰੱਖਿਓ। ਬੇਸ ਈਅਰ ਬਾਰੇ ਕੁਐਸਚਨ ਅਕਸਰ ਆਊਗਾ। ਤਾਂ 2011-12 ਹੁਣ ਬੇਸ ਈਅਰ ਚੱਲ ਰਿਹਾ, ਪਹਿਲਾਂ 2004 ਤੇ 5 ਸੀਗਾ, 2017 ਦੇ ਵਿੱਚ ਇਹਨੂੰ ਚੇਂਜ ਕੀਤਾ ਗਿਆ। ਤਾਂ ਇਹਦੇ 'ਚ ਕੰਪੋਨੈਂਟ ਜਿਹੜਾ ਇਹ 3 ਹਿੱਸਿਆਂ ਦੇ ਵਿੱਚ ਵੰਡਦੇ ਆ। ਪਹਿਲਾ ਤਾਂ ਹੁੰਦਾ ਇਹਦੇ 'ਚ ਪ੍ਰਾਇਮਰੀ ਆਰਟੀਕਲ। ਪ੍ਰਾਇਮਰੀ ਆਰਟੀਕਲ ਦੀ ਵੇਟੇਜ ਕਿੰਨੀ ਆ? ਤਕਰੀਬਨ 22.5%, ਠੀਕ ਆ। ਤੁਸੀਂ ਅੱਗੇ ਵਾਲੇ ਯਾਦ ਰੱਖ ਲਿਓ ਵੀ ਸਭ ਤੋਂ ਜ਼ਿਆਦਾ ਕਿਹਦੀ ਆ? ਸਭ ਤੋਂ ਜ਼ਿਆਦਾ ਇਹਦੇ 'ਚ ਹੈਗੀ ਆ ਮੈਨੂਫੈਕਚਰਿੰਗ ਵਾਲੇ ਦੀ 64-65%, ਔਰ ਫਿਊਲ ਐਂਡ ਪਾਵਰ ਦੀ 13%, ਔਰ ਪ੍ਰਾਇਮਰੀ ਆਰਟੀਕਲ ਦੀ 22%। ਇਹਨੂੰ ਤੁਸੀਂ ਧਿਆਨ 'ਚ ਰੱਖਣਾ। ਦੇਖੋ ਜਿਹੜਾ ਤਾਂ ਇਹਦੇ 'ਚ ਫੂਡ ਵਾਲਾ, ਓਕੇ, ਯਾਨੀ ਕਿ ਪ੍ਰਾਇਮਰੀ ਵਾਲੇ ਦੇ ਵਿੱਚ ਬੇਸਿਕਲੀ ਕੀ ਆ ਜਾਂਦਾ? ਫੂਡ ਆ ਜਾਂਦਾ। ਔਰ ਇਹਦੇ 'ਚ 102 ਆਈਟਮਸ ਨੇ ਤਕਰੀਬਨ, ਯਾਨੀ ਕਿ 100 ਤੋਂ ਪਲੱਸ ਆਈਟਮ ਇਹਦੇ ਵਿੱਚ ਹੈਗੀ ਆ। ਔਰ ਜਿਹੜਾ ਫਿਊਲ ਵਾਲਾ ਇਹਦੇ 'ਚ 19 ਆਈਟਮ ਨੇ, ਔਰ ਜਿਹੜਾ ਵਾਲਾ ਦੂਸਰਾ ਇਹਦੇ 'ਚ 555 ਆਈਟਮ ਨੇ। ਮਤਲਬ ਸਭ ਤੋਂ ਜ਼ਿਆਦਾ ਆਈਟਮ ਮੈਨੂਫੈਕਚਰਿੰਗ ਦੇ ਵਿੱਚ ਨੇ। ਮੈਨੂਫੈਕਚਰਿੰਗ ਐਂਡ ਪਾਵਰ ਵੀ ਆ ਜੇ ਤੁਹਾਨੂੰ, ਪਾਵਰ ਵੀ ਮੈਨੂਫੈਕਚਰਿੰਗ ਵਾਲੇ ਦੇ ਵਿੱਚ ਹੀ ਆਉਂਦਾ। ਤਾਂ ਹੋਲਸੇਲ ਪ੍ਰਾਈਸ ਇੰਡੈਕਸ ਆ ਜਿਹੜਾ, ਤਾਂ ਇਹਦਾ ਅੰਦਰੋਂ ਰੂਪ ਆ ਵੀ ਮਤਲਬ ਇੱਕ ਇਹਦੇ 3 ਹਿੱਸਿਆਂ 'ਚ ਵੰਡਿਆ ਹੁੰਦਾ। ਇੱਕ ਇਹਦਾ ਪ੍ਰਾਇਮਰੀ ਵਾਲੇ 'ਚ ਫੂਡ ਆ ਜਾਂਦਾ, ਉਹਦਾ 22-23% ਵੇਟੇਜ ਆ, 102 ਆਈਟਮ ਇਹਦੇ ਵਿੱਚ ਆਉਂਦੀਆਂ ਨੇ। ਦੂਸਰਾ ਫਿਊਲ
ਫਿਊਲ ਦੇ ਵਿੱਚ ਤਕਰੀਬਨ 13 ਤੋਂ 14% ਵੇਟੇਜ ਫਿਊਲ ਦੀ ਆ ਔਰ 19 ਆਈਟਮਸ ਇਹਦੇ 'ਚ ਨੇ। ਤੀਸਰਾ ਮੈਨੂਫੈਕਚਰਿੰਗ ਐਂਡ ਪਾਵਰ, ਤਾਂ ਇਹਦੀ 64 ਅਤੇ 65 ਦੇ ਲਵੇ ਤਵੇ ਵੇਟੇਜ ਰਹਿੰਦੀ ਆ ਔਰ ਇਹਦੇ 'ਚ 555 ਆਈਟਮਸ ਨੇ। ਠੀਕ ਆ, ਹੁਣ ਬੇਸ ਈਅਰ ਕਿੰਨਾ ਗਾ 2011-12, ਪਹਿਲਾਂ 2004 ਤੇ 5 ਸੀ, 2017 ਦੇ ਵਿੱਚ ਇਹਨੂੰ ਚੇਂਜ ਕਰਤਾ। ਤਾਂ ਇਹਦਾ ਰਿਹਾ ਹੁਣ ਜਿੰਨੀ ਇੰਪੋਰਟੈਂਟ ਮੇਨ ਜੀ ਗੱਲਬਾਤ ਸੀ। ਤਾਂ ਹੁਣ ਇਹਦੇ 'ਚ ਆਊਗਾ ਤੁਹਾਨੂੰ ਵੀ ਟੋਟਲ ਇਹਦੇ 'ਚ ਕਿੰਨੀਆਂ ਚੀਜ਼ਾਂ ਨੇ ਜਾਂ ਫਿਰ 697 ਆਈਟਮਸ ਨੇ ਜਿਹੜੀਆਂ ਇਹਦੇ 'ਚ ਕਵਰ ਕੀਤੀਆਂ ਜਾਂਦੀਆਂ ਨੇ ਹੋਲਸੇਲ ਪ੍ਰਾਈਸ ਇੰਡੈਕਸ ਦੇ ਵਿੱਚ। ਤਾਂ ਬੱਚੇ ਆਹ ਚੀਜ਼ ਤਾਂ ਤੁਹਾਨੂੰ ਕਲੀਅਰ ਹੋਊਗੀ। ਹੁਣ ਕੁਝ ਕੁ ਫੈਕਟ ਨੇ ਜਿਹੜੇ ਆਪਾਂ ਇਹ ਤੋਂ ਬਿਨਾਂ ਵੀ ਦੇਖ ਲੈਂਦੇ ਹਾਂ। ਚਲੋ ਇੱਥੇ ਦੇਖੋ ਨੀਚੇ। ਓਕੇ, ਹੁਣ ਆਪਾਂ WPI ਦੀ ਗੱਲ ਕਰੀਏ ਅਕੋਰਡਿੰਗਲੀ ਤਾਂ ਜਿਹੜੀ ਤਾਂ ਆਪਣੇ ਸਭ ਤੋਂ ਇਨਫਲੇਸ਼ਨ ਹੁਣ ਤੱਕ ਸਭ ਤੋਂ ਜ਼ਿਆਦਾ ਰਹੀ ਆ ਹੋਲਸੇਲ ਪ੍ਰਾਈਸ ਦੇ ਅਕੋਰਡਿੰਗਲੀ 34.68%। ਇਹ ਫੈਕਟ ਆ ਸਿੱਧਾ ਤਾਂ ਇਹ ਰਹੀ ਸੀ ਸਤੰਬਰ 1974 ਦੇ ਵਿੱਚ। ਇਹ ਸਭ ਤੋਂ ਉੱਪਰ ਆ ਜਿਹੜੀ ਸਭ ਤੋਂ ਜ਼ਿਆਦਾ ਰਹੀ ਸੀ। ਠੀਕ ਆ, ਅਤੇ ਜਿਹੜੀ ਸਭ ਤੋਂ ਘੱਟ ਰਹੀ ਸੀ ਉਹ ਨੈਗੇਟਿਵ ਦੇ ਵਿੱਚ ਵੀ ਆ ਗਈ ਸੀ -11.31%। ਇਹ ਰਹੀ ਸੀ ਮਈ 1976 ਦੇ ਵਿੱਚ। ਜਿੱਥੇ ਤੁਸੀਂ ਨੋਟ ਕਰ ਰਹੇ ਹੋ ਉਹਨੂੰ ਤੁਸੀਂ ਤਾਂ ਇਹਨੂੰ ਇੱਕ ਸਾਈਡ 'ਤੇ ਬਾਕਸ ਬਣਾ ਕੇ ਹਾਈਲਾਈਟ ਕਰਕੇ ਲਿਖ ਲਓ, ਇਹ ਇੱਕ ਫੈਕਟ ਆ। ਬਾਕੀ ਜੇ ਐਵਰੇਜ ਦੀ ਗੱਲ ਕਰੀਏ 7 ਤੋਂ 8% ਰਹਿੰਦੇ ਆ। ਜੇ ਪ੍ਰਾਈਜ਼ ਚੈੱਕ ਦੀ ਗੱਲ ਕਰੀਏ ਉਹ ਮੰਥਲੀ ਹੁੰਦਾ, ਐਵਰੇਜ ਸਾਲਾਨਾ ਕੱਢੀ ਜਾਂਦੀ ਆ। ਹੁਣ ਆਪਾਂ ਦੇਖੀਏ ਵੀ ਹੋਲਸੇਲ ਪ੍ਰਾਈਸ ਇੰਡੈਕਸ ਦੇ ਅਕੋਰਡਿੰਗਲੀ ਜਿਹੜੀ ਇਨਫਲੇਸ਼ਨ ਸੀ RBI ਦੀਆਂ ਪਾਲਿਸੀ ਬਣਦੀਆਂ ਸੀ। RBI ਦੀਆਂ ਪਾਲਿਸੀ ਕਾਹਦੇ ਅਕੋਰਡਿੰਗਲੀ ਬਣਦੀਆਂ ਸੀ? ਹੋਲਸੇਲ ਪ੍ਰਾਈਸ ਇੰਡੈਕਸ ਦੇ ਅਕੋਰਡਿੰਗਲੀ ਬਣਦੀ ਸੀ। ਬਟ ਇਹਨਾਂ ਨੇ ਫਿਰ CPI 'ਤੇ ਕਿਉਂ ਸ਼ਿਫਟ ਹੋ ਗਏ? ਤਾਂ ਇਹਦਾ ਕਾਰਨ ਇਹ ਸੀਗਾ ਕੀ ਸੀ ਪੰਗਾ ਇਹਦੇ ਨਾਲ, ਕਿਉਂਕਿ ਜਿਹੜੀ ਆਮ ਜਨਤਾ ਉਹ ਹੋਲਸੇਲ ਦੇ ਅਕੋਰਡਿੰਗਲੀ ਉਨੀਆਂ ਚੀਜ਼ਾਂ ਨਹੀਂ ਖਰੀਦ ਸਕਦੀ। ਹੁਣ ਜਿਵੇਂ ਜਿਹੜੇ ਤਾਂ ਦੁਕਾਨਾਂ ਵਾਲੇ ਜਾਂ ਹੋਲਸੇਲ ਵਾਲੇ ਹੁੰਦੇ ਆ ਉਹ ਤਾਂ ਹੁਣ ਇਕੱਠਾ ਸਟਾਕ ਚੱਕਦੇ ਆ, ਤਾਂ ਹੁਣ ਆਮ ਜਨਤਾ ਕੀ ਉਹ ਇੰਨਾ ਸਟਾਕ ਨਹੀਂ ਲੈ ਸਕਦੀ। ਤਾਂ ਉਹਨਾਂ ਦੇ ਅਕੋਰਡਿੰਗਲੀ ਉਹ ਫਿੱਟ ਨਹੀਂ ਬੈਠਦਾ ਸੀ, ਕਿਉਂਕਿ ਉਹ ਬਿਜ਼ਨਸ ਟੂ ਬਿਜ਼ਨਸ ਤਾਂ ਸਹੀ ਰਹਿੰਦਾ। ਤਾਂ ਫਿਰ ਇਹਨਾਂ ਨੇ ਕਿਹਾ ਵੀ ਨਹੀਂ, ਸਾਨੂੰ WPI ਯਾਨੀ ਕਿ ਹੋਲਸੇਲ ਪ੍ਰਾਈਸ ਇੰਡੈਕਸ 'ਤੇ ਨਹੀਂ ਆਉਣਾ ਚਾਹੀਦਾ। ਇਹਦੇ ਬਦਲੇ ਸਾਨੂੰ ਕੀ ਰੱਖਣਾ ਚਾਹੀਦਾ? ਕੰਜ਼ਿਊਮਰ ਪ੍ਰਾਈਸ ਇੰਡੈਕਸ ਰੱਖਣਾ ਚਾਹੀਦਾ। ਤਾਂ ਫਿਰ ਇਹਨਾਂ ਨੇ ਕੀ ਅਪਣਾਇਆ? ਕੰਜ਼ਿਊਮਰ ਪ੍ਰਾਈਸ ਇੰਡੈਕਸ। ਅਤੇ ਇਹਦੇ ਬਾਰੇ ਤੁਹਾਨੂੰ ਕੁਐਸਚਨ ਆ ਸਕਦਾ ਵੀ 2014 ਤੱਕ RBI ਕਿਹਨੂੰ ਵਰਤਦੀ ਸੀ? ਤੁਸੀਂ ਕਹੋਗੇ WPI ਨੂੰ। ਓਕੇ, ਤਾਂ ਇਹ ਉਦੋਂ ਤੱਕ ਕਿਹਨੂੰ ਵਰਤਦੀ ਰਹੀ ਆ? RBI ਟਿਲ 2014 ਕਿਹਨੂੰ ਯੂਜ਼ ਕਰਦੀ ਰਹੀ ਆਪਦੀ ਪਾਲਿਸੀ ਦੇ ਲਈ? WPI ਯਾਨੀ ਕਿ ਹੋਲਸੇਲ ਪ੍ਰਾਈਸ ਇੰਡੈਕਸ। ਤਾਂ ਪਾਲਿਸੀ ਡਿਸੀਜਨ ਜਿੰਨੀਆਂ ਸੀਗੀਆਂ ਇਹਦੀਆਂ ਸਾਰੀਆਂ ਇਹਨੂੰ ਦੇਖ ਕੇ ਇਹਦੇ 'ਚ ਬਣਦੀਆਂ ਸੀ। ਔਰ ਇੱਕ ਇਹਦਾ ਕੀ ਪੁਆਇੰਟ ਬਣਦਾ, ਇਹਦੇ 'ਚ ਸਰਵਿਸਿਜ਼ ਨੇ ਜਿਹੜੀਆਂ ਉਹ ਸ਼ਾਮਲ ਨਹੀਂ ਹੈਗੀਆਂ। ਠੀਕ ਆ, ਸਰਵਿਸਿਜ਼ ਇਹਦੇ 'ਚ ਸ਼ਾਮਲ ਨਹੀਂ ਕਰਦਾ ਅਤੇ ਨਾ ਹੀ ਇਹ ਪ੍ਰੋਡਿਊਸਰ ਲੈਵਲ 'ਤੇ ਆ। ਪ੍ਰੋਡਿਊਸਰ ਲੈਵਲ 'ਤੇ ਵੀ ਇਹ ਚੀਜ਼ ਨਹੀਂ ਹੈਗੀ, ਇਹਨੂੰ ਵੀ ਨਹੀਂ ਆਉਂਦੀ। ਤਾਂ ਫਿਰ 2014 ਦੇ ਵਿੱਚ ਕੀ ਹੋਇਆ? ਇੱਕ RBI ਦੇ ਗਵਰਨਰ ਸੀਗੇ ਜਿਹੜੇ RBI ਦੇ ਗਵਰਨਰ ਰਘੂ ਰਾਮ ਰਾਜਨ। ਤਾਂ ਇਹਨਾਂ ਨੇ ਕਮੇਟੀ ਬਣੀ ਔਰ ਇਹਨਾਂ ਨੇ ਕਿਹਾ ਵੀ ਆਪਾਂ ਇਹਨਾਂ ਨੂੰ ਸ਼ਿਫਟ ਕਰ ਦਿੰਦੇ ਹਾਂ। ਸ਼ਿਫਟ ਇਹ ਕਰਤਾ WPI ਯਾਨੀ ਕਿ ਹੋਲਸੇਲ ਪ੍ਰਾਈਸ ਇੰਡੈਕਸ ਟੂ CPI ਯਾਨੀ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ। ਤਾਂ ਬੱਚੇ ਇਹ ਸੀ ਆਪਣਾ ਹੋਲਸੇਲ ਪ੍ਰਾਈਸ ਇੰਡੈਕਸ। ਤਾਂ ਇਹਦੇ ਵਿੱਚ ਜਿੰਨੀਆਂ ਆਈਟਮਸ ਆਉਂਦੀਆਂ ਨਹੀਂ, ਮੈਂ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਪੁਆਇੰਟ ਕਲੀਅਰ ਹੋ ਗਏ ਹੋਣਗੇ। ਜਾਂ WPI ਦੇ ਬਾਰੇ ਬੇਸਿਕ ਫੈਕਟ ਇੱਕ ਰਿਵੀਜ਼ਨ ਕਰੀਏ ਤਾਂ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ, ਔਰ ਉਹਦੇ 'ਚੋਂ ਵੀ ਅੱਗੇ ਜੇ ਗੱਲ ਕਰੀਏ ਵੀ ਇਹਨੂੰ ਕੌਣ ਕਰਦਾ, ਉਹ ਤੁਸੀਂ ਦੇਖ ਚੁੱਕੇ ਹੋ, ਆਫਿਸ ਆਫ ਇਕਨੋਮਿਕ ਐਡਵਾਈਜ਼ਰ। ਔਰ ਇਹਦਾ ਬੇਸ ਈਅਰ ਆ ਜਿਹੜਾ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਪਹਿਲਾਂ 2004-05 ਹੁੰਦਾ ਸੀ, ਹੁਣ 2011-12 ਗਾ। ਅਤੇ ਜਿਹੜਾ CPI ਆ ਕੰਜ਼ਿਊਮਰ ਪ੍ਰਾਈਸ ਇੰਡੈਕਸ, ਉਹਨੂੰ RBI ਫੋਲੋ ਕਰਕੇ ਹੁਣ ਆਪਣੀਆਂ ਰਿਪੋਰਟ ਪਾਲਿਸੀਆਂ ਜਿਹੜੀਆਂ ਉਹ ਬਣਾਉਂਦਾ, ਉਹ ਮਾਈਕਰੋ ਲੈਵਲ 'ਤੇ ਹੁੰਦਾ। ਓਕੇ, ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰ ਲਾਂਗੇ। ਉਹ ਤੋਂ ਬਿਨਾਂ IIP GDP ਡਿਫਲੇਟਰ, ਤਾਂ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਇਹ ਵੀ ਉਹਨਾਂ ਦੇ ਨਾਲ ਹੀ ਕਾਊਂਟ ਕਰ ਲਾਂਗੇ। ਇੱਕ ਅਗਲੀ ਵੀਡੀਓ ਇਹਨਾਂ 'ਤੇ ਆਪਾਂ ਹੋਰ ਬਣਾ ਦਾਂਗੇ, ਤਾਂ ਉਹਦੇ ਵਿੱਚ CPI ਅਤੇ WPI ਤੁਹਾਡਾ ਜਿੰਨਾ ਹੈਗਾ ਗਾ ਤਾਂ ਇਹਨੂੰ ਆਪਾਂ ਕਵਰ ਕਰਵਾਤਾ। ਅਤੇ ਸਲੋ ਇਨਫਲੇਸ਼ਨ ਰੇਟ ਕੀ ਹੁੰਦਾ, ਫਾਸਟ ਇਨਫਲੇਸ਼ਨ ਰੇਟ ਕੀ ਆ, ਆਊਟ ਆਫ ਕੰਟਰੋਲ ਕੀ ਹੁੰਦਾ। ਤਾਂ ਇਹਦੇ 'ਚ ਜਿਵੇਂ ਕਿ ਆਉਂਦਾ ਤੁਹਾਨੂੰ ਕ੍ਰੀਪਿੰਗ ਆ ਜਾਂਦਾ ਜਾਂ ਰੋਂਗ ਕਿਵੇਂ ਚੱਲਦੀ ਹੈ, ਹਾਈਪਰ ਇਨਫਲੇਸ਼ਨ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਇਹ ਇੱਕ ਵੀਡੀਓ ਲਵਾਂਗੇ ਆਪਾਂ, ਉਹਦੇ 'ਚ ਤੁਹਾਨੂੰ ਇਹ ਕਵਰ ਕਰਵਾ ਦਾਂਗੇ। ਹੋ ਸਕਦਾ ਅੱਜ ਹੀ ਜਾਂ ਫਿਰ ਕੱਲ੍ਹ। ਤਾਂ ਇਹਦਾ ਅਗਲਾ ਪਾਰਟ ਤੁਹਾਨੂੰ ਮੈਂ
ਕਰਵਾ ਦੂੰਗਾ, ਪ੍ਰੋਵਾਈਡ ਕਰਵਾਇਆ ਜਾਊਗਾ। ਬਾਕੀ ਤੁਸੀਂ ਜਿੰਨੇ MCQ ਹੋਣਗੇ, ਹੁਣ ਆਪਾਂ MCQ ਦੀ ਰਿਵੀਜ਼ਨ ਕਰਾਂਗੇ, ਉਹਦੇ ਵਿੱਚੋਂ ਹੀ ਫੈਕਟ ਨੇ ਜਿਹੜੇ ਕਰਨ ਦੀ ਕੋਸ਼ਿਸ਼ ਕਰਾਂਗੇ ਬੱਚੇ। ਤਾਂ ਆਪਾਂ ਕਿਉਂਕਿ ਨਾਲੇ ਤਾਂ ਤੁਹਾਡੇ MCQ ਨੇ ਜਿਹੜੇ ਉਹਨਾਂ ਦੀ ਰਿਵੀਜ਼ਨ ਹੋ ਜਾਊਗੀ, ਔਰ ਨਾਲ ਦੀ ਨਾਲ ਤੁਹਾਡੇ ਫੈਕਟ ਨੇ ਜਿੰਨੇ ਉਹ ਇੰਪੋਰਟੈਂਟ ਜੇ ਕਲੀਅਰ ਹੋ ਜਾਣਗੇ। ਤਾਂ ਹੁਣ ਜਿਹੜਾ ਕੁਐਸਚਨ ਸੀਗਾ ਇਹਦਾ ਆਨਸਰ ਤੁਸੀਂ ਦੇਣ ਦੀ ਟਰਾਈ ਕਰਨਾ, ਕਿਉਂਕਿ ਇਹ ਕੁਐਸਚਨ ਆਲਰੇਡੀ UPSC ਨੇ ਪੁੱਛਿਆ ਹੋਇਆ। ਤਾਂ ਹੁਣ ਤੁਸੀਂ ਬਾਕੀ ਮੈਂ ਤੁਹਾਨੂੰ ਥੋੜ੍ਹਾ ਬਹੁਤਾ ਹਿੰਟ ਦੇ ਦੇਣਾ। ਦੇਖੋ, ਦ ਵੇਟੇਜ ਆਫ ਫੂਡ ਇਨ ਕੰਜ਼ਿਊਮਰ ਪ੍ਰਾਈਸ ਇੰਡੈਕਸ ਇਜ਼ ਹਾਈਅਰ ਦੈਨ ਇਨ ਦ ਹੋਲਸੇਲ ਪ੍ਰਾਈਸ ਇੰਡੈਕਸ। ਦੇਖੋ, ਹਜੇ ਮੈਂ ਤੁਹਾਨੂੰ CPI ਨਹੀਂ ਪੜ੍ਹਾਇਆ ਬੱਚੇ, ਪਰ ਪਹਿਲਾ ਫੈਕਟ ਮੈਂ ਤੁਹਾਨੂੰ ਦੱਸ ਦਿੰਦਾ। ਦ ਵੇਟੇਜ ਆਫ ਫੂਡ ਇਨ ਕੰਜ਼ਿਊਮਰ ਪ੍ਰਾਈਸ ਇੰਡੈਕਸ ਇਜ਼ ਹਾਈਅਰ ਦੈਨ ਇਨ ਹੋਲਸੇਲ ਪ੍ਰਾਈਸ ਇੰਡੈਕਸ, ਬਿਲਕੁਲ ਸਹੀ ਪੁਆਇੰਟ ਆ ਪਹਿਲਾ, ਠੀਕ ਆ। ਤੇ ਦੂਸਰਾ, WPI ਡਜ਼ ਨਾਟ ਕੈਪਚਰ ਚੇਂਜਸ ਇਨ ਦ ਪ੍ਰਾਈਸ ਆਫ ਸਰਵਿਸਿਜ਼ ਵਿਦ ਵਿਚ CPI ਡਜ਼। ਤਾਂ ਹੁਣ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ, ਇਹ ਤੁਸੀਂ ਆਪ ਹੀ ਦੇਖਣੀ ਆ। ਦ ਰਿਜ਼ਰਵ ਬੈਂਕ ਆਫ ਇੰਡੀਆ ਹੈਜ਼ ਨਾਓ ਅਡੋਪਟਡ WPI ਐਜ਼ ਇਟਸ ਕੀ ਮੇਜ਼ਰ ਆਫ ਇਨਫਲੇਸ਼ਨ ਐਂਡ ਟੂ ਡਿਸਾਈਡ ਔਨ ਚੇਂਜਿੰਗ ਦਾ ਕੀ ਪਾਲਿਸੀ ਰੇਟਸ। ਵੀ ਇਹ ਕਹਿੰਦੇ ਆ ਵੀ ਜਿਹੜਾ RBI ਆ ਉਹ WPI ਨੂੰ ਵਰਤਦਾ ਜਾਂ CPI ਨੂੰ ਵਰਤਦਾ। ਤਾਂ ਇਹਨਾਂ ਦੇ ਵਿੱਚ ਤੀਸਰਾ ਇਹ ਵਾਲਾ ਸੀਗਾ, ਤੁਸੀਂ ਇਹਨੂੰ ਧਿਆਨ 'ਚ ਰੱਖ ਕੇ ਇਹਦਾ ਆਨਸਰ ਕਰਨਾ ਵੀ ਕੀ ਆ। ਪਹਿਲਾ ਤੁਹਾਨੂੰ ਮੈਂ ਹਜੇ CPI ਬਾਰੇ ਪ੍ਰੋਪਰ ਨਹੀਂ ਦੱਸਿਆ ਸੀ, ਤੇ ਦੂਸਰਾ ਤੇ ਤੀਸਰਾ ਪੁਆਇੰਟ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰਵਾਏ ਨੇ। ਤੇ ਜਿਹੜਾ ਪਹਿਲਾ ਫੈਕਟ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਤਾ ਵੀ ਪਹਿਲਾ ਫੈਕਟ ਬਿਲਕੁਲ ਜਮਾਂ ਸਹੀ ਆ। ਜੇ ਹੁਣ ਪਹਿਲਾ ਸਹੀ ਆ ਤਾਂ ਦੇਖੋ ਆਹ ਦੋ ਆਪਸ਼ਨਾਂ ਬਿਲਕੁਲ ਐਲੀਮੀਨੇਟ ਹੋ ਜਾਂਦੀਆਂ ਨੇ, ਤਾਂ A ਤੇ D ਦੇ ਵਿੱਚੋਂ ਆਨਸਰ ਆਊਗਾ। ਹੁਣ ਉਹ ਤੁਸੀਂ ਦੇਖਣਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈਗੀ ਆ। ਤਾਂ ਇਹ ਸੀ ਅੱਜ ਦਾ ਆਪਣਾ ਟੌਪਿਕ ਬੱਚੇ। ਅਗਰ ਤੁਹਾਨੂੰ ਸਮਝ ਲੱਗਿਆ ਦੈਨ ਵੀਡੀਓ ਨੂੰ ਲਾਈਕ ਕਰਿਓ, ਔਰ ਆਪਣਾ ਕਮੈਂਟ ਕਰਕੇ ਫੀਡਬੈਕ ਜ਼ਰੂਰ ਦਿਆ ਕਰੋ। ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਔਰ ਵੀਡੀਓਜ਼ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਬੱਚੇ, ਤਾਂ ਜੋ ਸਾਨੂੰ ਵੀ ਮੋਟੀਵੇਸ਼ਨ ਮਿਲੇ ਔਰ ਅਸੀਂ ਤੁਹਾਡੇ ਲਈ ਹੋਰ ਬਿਹਤਰੀਨ ਕੰਟੈਂਟ ਆ ਜਿਹੜਾ ਉਹ ਲੈ ਕੇ ਆਈਏ। ਬਾਕੀ ਜਿਹੜੇ ਟੈਲੀਗ੍ਰਾਮ ਦੇ ਉੱਤੇ ਜੁਆਇਨ ਨਹੀਂ ਕੀਤਾ ਹੋਇਆ ਬੱਚੇ, ਉਹ ਟੈਲੀਗ੍ਰਾਮ ਨੂੰ ਜੁਆਇਨ ਕਰ ਲਿਓ। ਉਹਦੇ 'ਤੇ ਤੁਹਾਨੂੰ ਕਰੰਟ ਦੇ ਟੌਪਿਕ MCQ ਨੇ ਜਿਹੜੇ, ਜਾਂ ਫਿਰ ਹੋਰ ਸਟੱਡੀ ਮਟੀਰੀਅਲ ਆ, ਉਹ ਕਾਫੀ ਪ੍ਰੋਵਾਈਡ ਕਰਵਾਇਆ ਜਾਂਦਾ। ਤਾਂ ਉਹਨੂੰ ਵੀ ਤੁਸੀਂ ਜੁਆਇਨ ਕਰੋ। ਵੀਡੀਓ ਦੇਖਣ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਟੇਕ ਕੇਅਰ।